ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ। ਮੈਂ ਹਾਂ ਤੁਹਾਡੇ ਨਾਲ ਪੂਜਾ ਵਰਮਾ ਤੇ ਅੱਜ ਗੱਲ ਕਰਾਂਗੇ ਸੇਮ ਸੈਕਸ ਮੈਰਿਜ ਦੀ, ਜਿਹੜਾ ਕਿ ਪੂਰੇ ਦੇਸ਼ ਭਰ ਦੇ ਵਿੱਚ ਇੱਕ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ। ਦਰਅਸਲ ਸਾਡੇ ਸਮਾਜ ਦੇ ਵਿੱਚ, ਸੁਸਾਇਟੀ ਦੇ ਵਿੱਚ ਸਮੈਗਲੈਗਿਕ ਵਿਆਹ ਜਿਹੜੇ ਹੁੰਦੇ ਨੇ, ਜਿਸ ਨੂੰ ਅਸੀਂ LGBTQ ਕਮਿਊਨਿਟੀ ਵੀ ਕਹਿੰਦੇ ਆ ਜਾਂ ਜਿਨ੍ਹਾਂ ਨੂੰ ਟਰਾਂਸਜੈਂਡਰਸ ਕਿਹਾ ਜਾਂਦਾ ਹੈ, ਅਲੱਗ-ਅਲੱਗ ਨਾਮ ਨੇ, ਗੇ ਨੇ, ਲੈਸਬੀਅਨ ਨੇ, ਇਹਨਾਂ ਦੀ ਇੱਕ ਕਮਿਊਨਿਟੀ ਹੈ। ਇਹਨਾਂ ਨੂੰ ਥਰਡ ਜੈਂਡਰ ਦੇ ਤੌਰ ਤੇ ਜਿਹੜੀ ਹੈ ਇੱਕ ਆਪਣੀ ਪਹਿਚਾਣ ਬਣਾਉਣ ਦੇ ਲਈ ਕਾਫੀ ਮਿਹਨਤ ਕਰਨੀ ਪਈ। ਲੇਕਿਨ ਹੁਣ ਪਟੀਸ਼ਨ ਜਿਹੜੀ ਹੈ ਉਹ ਫਾਈਲ ਕੀਤੀ ਗਈ ਸੁਪਰੀਮ ਕੋਰਟ ਦੇ ਵਿੱਚ, ਜਿਸ ਵਿੱਚ ਇਹ ਕਿਹਾ ਗਿਆ ਕਿ ਇਹਨਾਂ ਦੇ ਜਿਹੜੀ ਮੈਰਿਜ ਹੈ, ਇਹਨਾਂ ਦਾ ਜਿਹੜਾ ਵਿਆਹ ਹੈ, ਉਸ ਨੂੰ ਜਿਹੜਾ ਹੈ ਮਾਨਯ ਕਰਾਰ ਦਿੱਤਾ ਜਾਏ। ਯਾਨੀ ਕਿ ਉਸ ਨੂੰ ਜਿਸ ਤਰੀਕੇ ਦੇ ਨਾਲ ਇੱਕ ਮੁੰਡਾ ਜਾਂ ਫਿਰ ਇੱਕ ਕੁੜੀ ਦਾ ਵਿਆਹ ਹੁੰਦਾ ਹੈ, ਇੱਕ ਨੋਰਮਲ ਕਪਲ ਦਾ ਵਿਆਹ ਹੁੰਦਾ ਹੈ, ਠੀਕ ਉਸੇ ਤਰੀਕੇ ਦੇ ਨਾਲ ਇਹਨਾਂ ਦਾ ਵੀ ਵਿਆਹ ਮਾਨਯ ਰੱਖਿਆ ਜਾਏ। ਹਾਲਾਂਕਿ ਜਿਹੜੀ ਇਹਨਾਂ ਸਾਰੀ ਚੀਜ਼ਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਦੇ ਵਿਚਕਾਰ ਜਿਹੜੇ ਵੀ ਕੇਸਿਸ ਚੱਲ ਰਹੇ ਨੇ, ਲਗਾਤਾਰ ਅਸੀਂ ਬਹਿਸ ਵੀ ਦੇਖ ਰਹੇ ਹਾਂ। 6 ਦਿਨ ਤੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਹਾਲਾਂਕਿ ਬਹੁਤ ਸਾਰੀ ਚੀਜ਼ਾਂ ਸੁਪਰੀਮ ਕੋਰਟ ਸੈਂਟਰ ਗਵਰਨਮੈਂਟ ਤੋਂ ਪੁੱਛ ਰਹੀ ਹੈ। ਉਹ ਕਹਿ ਰਹੇ ਕਿ ਠੀਕ ਹੈ, ਜੇਕਰ ਤੁਸੀਂ ਇਸ ਵਿਆਹ ਨੂੰ ਜਿਹੜਾ ਲੀਗਲ ਤੌਰ ਤੇ ਨਹੀਂ ਮੰਨਦੇ ਹੋ, ਲੇਕਿਨ ਕੀ ਉਹਨਾਂ ਦੇ ਜਿਹੜੀ ਇਹ ਕਪਲਸ ਨੇ, ਇਹਨਾਂ ਨੂੰ ਸੋਸ਼ਲ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਜਾਂ ਫਿਰ ਨਹੀਂ। ਲੇਕਿਨ ਕਿਉਂਕਿ ਸਾਡਾ ਜਿਹੜਾ ਦੇਸ਼ ਹੈ, ਇੱਥੇ ਵੱਖ-ਵੱਖ ਸੰਸਕ੍ਰਿਤੀਆਂ ਨੇ, ਹਰ ਕਿਸੇ ਦੀ ਆਪਣੀ ਇੱਕ ਮਾਈਂਡਸੈਟ ਹੈ, ਥਾਟ ਪ੍ਰੋਸੈਸ ਹੈ, ਤੇ ਇਸ ਨੂੰ ਲੈ ਕੇ ਸਟੇਟ ਗਵਰਨਮੈਂਟਸ ਨੂੰ ਵੀ ਕਿਹਾ ਗਿਆ ਹੈ ਕਿ ਤੁਸੀਂ ਆਪਣੇ ਹੱਦ ਤੇ ਆਪਣੇ ਜਿਹੜੀ ਹੈ ਜੁਰਿਡਿਕਸ਼ਨ ਦੇ ਵਿੱਚ ਦੱਸੋ ਕਿ ਆਖਿਰ ਤੁਹਾਡਾ ਕੀ ਵਿਚਾਰ ਹੈ। ਯਾਨੀ ਕਿ ਹਰ ਇੱਕ ਕਿਸੇ ਦਾ ਓਪੀਨੀਅਨ ਲੈਣਾ ਬੇहद ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇੰਡੀਆ ਇੱਕ ਲੋਕਤਾਂਤਰਿਕ ਦੇਸ਼ ਹੈ। ਤੇ ਅਜਿਹੇ ਦੇ ਵਿੱਚ ਪੂਰੇ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਨੇ, ਐਡਵੋਕੇਟ ਕਨੂ ਸ਼ਰਮਾ ਮੈਮ ਬਹੁਤ-ਬਹੁਤ ਸਵਾਗਤ ਹੈ ਪੰਜਾਬ ਟੁਡੇ ਦੇ ਵਿੱਚ। ਮੈਮ, ਸੇਮ ਸੈਕਸ ਮੈਰਿਜ ਜਦ ਅਸੀਂ ਗੱਲ ਕਰਦੇ ਹਾਂ, ਐਜ਼ ਅ ਨੋਰਮਲ ਹਿਊਮਨ ਬੀਇੰਗ, ਜਦ ਵੀ ਕਿਸੇ ਨੂੰ ਪੁੱਛਿਆ ਜਾਂਦਾ ਹੈ ਤੇ ਉਹ ਬਹੁਤ ਜ਼ਿਆਦਾ ਹੈਰਾਨ ਹੋ ਕੇ ਜਿਹੜਾ ਇਸ ਚੀਜ਼ ਨੂੰ ਰਿਐਕਟ ਕਰਦਾ ਹੈ। ਲੇਕਿਨ ਹੁਣ ਕਿਉਂਕਿ ਸਮਾਂ ਬਦਲ ਗਿਆ ਹੈ, ਅਜਿਹੇ ਦੇ ਵਿੱਚ ਜਦ ਪਟੀਸ਼ਨਸ ਇਸ ਤਰੀਕੇ ਨਾਲ ਦਾਇਰ ਹੋ ਗਈ ਹੈ ਤੇ ਅਸੀਂ ਇੰਟਰਨੈਟ ਦੇ ਵਿੱਚ ਵੀ ਦੇਖਦੇ ਹਾਂ ਕਿ ਕਈ LGBTQ ਜਿਹੜੇ ਕਪਲਸ ਨੇ ਉਹ ਬਲੌਗਸ ਬਣਾਉਂਦੇ ਨੇ, ਵਿਆਹ ਕਰ ਵੀ ਚੁੱਕੇ ਨੇ, ਲੇਕਿਨ ਲੀਗਲ ਤੌਰ ਤੇ ਉਹਨਾਂ ਨੂੰ ਪਹਿਚਾਣ ਨਹੀਂ ਮਿਲ ਪਾਈ ਹੈ। ਤੁਹਾਡਾ ਇਸ ਪੂਰੇ ਮਾਮਲੇ ਨੂੰ ਲੈ ਕੇ ਐਜ਼ ਐਨ ਐਡਵੋਕੇਟ ਕੀ ਟੇਕ ਹੈ? ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਦੇਖੋ, ਇੱਕ ਬਹੁਤ ਇੰਪੋਰਟੈਂਟ ਮੁੱਦਾ ਹੈ। ਇੱਕ ਵਕੀਲ ਹੋਣ ਦੇ ਨਾਤੇ ਜਿਹੜਾ ਹੈ ਸਾਡਾ ਇਹਦੇ ਤੇ ਚਰਚਾ ਕਰਨਾ ਬਹੁਤ ਜ਼ਰੂਰੀ ਹੈ। ਇੱਕ ਸੋਸ਼ਲੀ ਰੈਲੇਵੈਂਟ ਟੌਪਿਕ ਹੈ। ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਲੀਗਲ ਪੁਆਇੰਟ ਆਫ ਵਿਊ ਤੋਂ ਦੇਖੀ ਜਾਵੇ, ਜੋ ਕੋਰਟ ਤੋਂ ਮੰਗੀ ਗਈ ਹੈ, ਉਹ ਹੈ ਲੀਗਲ ਸੈਂਕਟਿਟੀ ਆਫ ਮੈਰਿਜ। ਮੈਰਿਜ ਨੂੰ ਇੱਕ ਫੁੱਲ ਮੈਰਿਜ ਦਾ ਸਟੇਟਸ ਦੇਣਾ ਜਿਹੜਾ ਹੈ ਉਹ ਮੰਗਿਆ ਗਿਆ ਹੈ ਸੁਪਰੀਮ ਕੋਰਟ। ਆਲਰੇਡੀ ਜਿਹੜੇ ਹੋਮੋਸੈਕਸ਼ੂਅਲ ਕਪਲਸ ਨੇ, ਸੇਮ ਸੈਕਸ ਮੈਰਿਜ ਜਿਹੜਾ ਚਾਹੁੰਦੇ ਨੇ, ਉਹ ਜਾਂ ਲਿਵਿੰਗ 'ਚ ਰਹਿ ਰਹੇ ਨੇ ਜਾਂ ਫਿਰ ਉਹਨਾਂ ਨੇ ਆਪਣੇ ਲੈਵਲ ਤੇ ਇਨ ਦੀ ਨੇਚਰ ਆਫ ਮੈਰਿਜ ਪਰਫਾਰਮ ਕਰਕੇ ਜਿਹੜਾ ਹੈ ਆਲਰੇਡੀ ਦੇ ਆਰ ਸਟੇਇੰਗ ਟੂਗੇਦਰ। ਲੇਕਿਨ ਸਮਾਜ ਦੇ ਵਿੱਚ, ਸੁਸਾਇਟੀ ਦੇ ਵਿੱਚ ਉਹਨਾਂ ਨੂੰ ਇੱਕ ਲੀਗਲ ਸਟੇਟਸ ਨਹੀਂ ਮਿਲਿਆ। ਉਹਨਾਂ ਨੂੰ ਉਹ ਐਡਵਾਂਟੇਜਸ ਔਰ ਬੈਨੀਫਿਟਸ ਜੋ ਇੱਕ ਕਪਲ ਨੂੰ ਮਿਲਦੇ ਨੇ, ਜੋ ਇੱਕ ਸੋਸ਼ਲ ਸਿਕਿਉਰਿਟੀ ਜਿਹੜਾ ਹੈ ਹੈਟਰੋਸੈਕਸ਼ੂਅਲ ਕਪਲਸ ਨੂੰ ਮਿਲਦੇ ਨੇ, ਉਹ ਉਹਨਾਂ ਨੂੰ ਨਹੀਂ ਮਿਲੇ। ਜਿਹਦੇ ਕਰਕੇ ਉਹਨਾਂ ਨੇ ਫੁੱਲ ਮੈਰਿਜ ਦਾ ਸਟੇਟਸ, ਲੈਜੀਟੀਮੇਸੀ ਆਫ ਮੈਰਿਜ ਆਫ ਸੇਮ ਸੈਕਸ, ਇਹ ਜਿਹੜਾ ਹੈ ਸਟੇਟਸ ਉਹਨਾਂ ਨੇ ਮੰਗਿਆ ਹੈ ਸੁਪਰੀਮ। ਹੁਣ ਗੱਲ ਕਰਦੇ ਹਾਂ ਸੁਪਰੀਮ ਕੋਰਟ ਦਾ ਇਹਦੇ ਤੇ ਕੀ ਜਿਹੜਾ ਹੈ ਟੇਕ ਹੈ। ਪੁਆਇੰਟ ਇਜ਼ ਕਿ ਕੋਰਟ ਨੇ ਸਾਫ਼ ਸ਼ਬਦਾਂ ਦੇ ਵਿੱਚ ਮਨਾ ਕਰ ਦਿੱਤਾ ਹੈ ਕਿ ਅਸੀਂ ਇਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ। ਦਿਸ ਇਜ਼ ਐਕਸਕਲੂਸਿਵ ਡੋਮੇਨ ਆਫ ਲੈਜਿਸਲੇਚਰ। We cannot direct legislature, यानी पार्लियामेंट ਨੂੰ ਅਸੀਂ ਨਹੀਂ ਕਹਿ ਸਕਦੇ ਕਿ ਤੁਸੀਂ ਜਿਹੜਾ ਇਸ ਤਰ੍ਹਾਂ ਕਰੋ। ਇਹ ਐਕਸਕਲੂਸਿਵ ਡੋਮੇਨ ਹੈ ਪਾਰਲੀਮੈਂਟ ਦਾ ਲਾਅ ਬਣਾਉਣਾ। ਅੱਜ ਦੀ ਡੇਟ ਦੇ ਵਿੱਚ ਅਸੀਂ ਕਨਸੀਕੁਐਂਸ਼ੀਅਲ ਬੈਨੀਫਿਟਸ, ਜੋ ਵੀ ਬੈਨੀਫਿਟਸ, ਐਂਸਿਲਰੀ ਬੈਨੀਫਿਟਸ ਇਹਦੇ ਨਾਲ ਅਟੈਚਡ ਨੇ, ਸਪਲੀਮੈਂਟਰੀ ਬੈਨੀਫਿਟਸ ਇਹਦੇ ਨਾਲ ਅਟੈਚਡ ਨੇ, ਉਹਦੇ ਤੇ ਅਸੀਂ ਚਰਚਾ ਜ਼ਰੂਰ ਕਰ ਸਕਦੇ ਹਾਂ। ਲੇਕਿਨ ਇਸ ਮੈਰਿਜ ਨੂੰ ਲੀਗਲ ਸਟੇਟਸ ਦੇਣਾ ਸਿਰਫ ਸਟੈਟਿਊਟ ਦਾ ਕੰਮ ਹੈ, ਐਕਟ ਦਾ ਕੰਮ ਹੈ, ਜਿਹੜਾ ਕਿ ਇੱਕ ਪਾਰਲੀਮੈਂਟ ਹੀ ਅਥਾਰਟੀ ਦੇ ਸਕਦੀ ਹੈ ਟੂ ਮੇਕ ਇਟ ਅ ਐਕਟ, ਟੂ ਮੇਕ ਇਟ ਸਟੈਟਿਊਟ। ਸੋ ਇਹ ਐਕਸਕਲੂਸਿਵ ਡੋਮੇਨ ਦੇ ਵਿੱਚ ਜਿਹੜਾ ਹੈ ਜੁਡੀਸ਼ਰੀ ਐਂਟਰ ਨਹੀਂ ਕਰ ਸਕਦੀ। ਔਰ ਇਹ ਕਿਹਦੇ ਤਹਿਤ ਬੋਲ ਰਹੀ ਹੈ ਜੁਡੀਸ਼ਰੀ? ਅਕੋਰਡਿੰਗ ਟੂ ਡਾਕਟ੍ਰਿਨ ਆਫ ਸੈਪਰੇਸ਼ਨ ਆਫ ਪਾਵਰਸ।
ਸਾਡੇ ਸੰਵਿਧਾਨ ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਆਲਰੇਡੀ ਪਾਵਰਸ ਜੋ ਹੈ ਡਿਵਾਈਡ ਕੀਤੀਆਂ ਗਈਆਂ 3 ਸਫੀਅਰਸ ਜੀ। ਠੀਕ ਹੈ ਜੀ, ਜੁਡੀਸ਼ਰੀ, ਐਗਜ਼ੀਕਿਊਟਿਵ ਤੇ ਲੈਜਿਸਲੇਚਰ। ਸੋ ਇਹ ਪਾਵਰਸ ਨੂੰ ਸੁਪਰ ਇੰਪੋਜ਼ ਨਹੀਂ ਕੀਤਾ ਜਾ ਸਕਦਾ, ਇਹਨਾਂ ਦੇ ਐਕਸਕਲੂਸਿਵ ਡੋਮੇਨ ਦੇ ਵਿੱਚ ਐਂਟਰ ਨਹੀਂ ਕੀਤਾ ਜਾ ਸਕਦਾ। ਉਸ ਐਕਸਕਲੂਸਿਵਿਟੀ ਨੂੰ ਮੇਨਟੇਨ ਕਰਦੇ ਹੋਏ, ਆਪਣੇ ਆਪ ਨੂੰ ਰਿਸਟ੍ਰਿਕਟ ਕਰਦੇ ਹੋਏ, ਸੁਪਰੀਮ ਕੋਰਟ ਨੇ ਸਾਫ਼ ਕਹਿ ਦਿੱਤਾ ਹੈ ਕਿ ਅਸੀਂ ਇਹਦੇ ਤੇ ਕੋਈ ਗੱਲ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਲੀਗਲ ਸਟੇਟਸ ਜਿਹੜਾ ਹੈ ਇਸ ਸੇਮ ਸੈਕਸ ਮੈਰਿਜ ਨੂੰ ਨਹੀਂ ਦੇ ਸਕਦੇ ਇਕੁਅਲ ਟੂ ਹੈਟਰੋਸੈਕਸ਼ੂਅਲ ਕਪਲਸ ਜਿਹੜੇ ਆਲਰੇਡੀ ਜਾਂ ਸਪੈਸ਼ਲ ਮੈਰਿਜ ਐਕਟ ਜਾਂ ਹਿੰਦੂ ਮੈਰਿਜ ਐਕਟ ਜਾਂ ਆਨੰਦ ਕਾਰਜ ਮੈਰਿਜ ਐਕਟ ਦੇ ਅਕੋਰਡਿੰਗ ਜਿਹੜਾ ਆਲਰੇਡੀ ਕਪਲ ਦਾ ਸਟੇਟਸ ਹਾਸਲ ਕਰ ਚੁੱਕੇ। ਦੂਜੀ ਗੱਲ, ਜਿਹੜੇ ਐਕਸਟਰਾ ਬੈਨੀਫਿਟਸ ਦੀ ਗੱਲ ਹੋ ਰਹੀ ਹੈ, ਉਹਦੇ ਤੇ ਜਿਹੜੀ ਸੁਪਰੀਮ ਕੋਰਟ ਦੇ ਵਿੱਚ 7ਵੇਂ ਦਿਨ 7th ਡੇ ਆਫ ਆਰਗੂਮੈਂਟਸ ਜਿਹੜੀ ਚਰਚਾ ਹੋਈ, ਉਹ ਗੱਲ ਹੋ ਰਹੀ ਹੈ ਇੰਸ਼ੋਰੈਂਸ ਦੀ, ਉਹ ਗੱਲ ਹੋ ਰਹੀ ਹੈ ਐਡਮਿਸ਼ਨਸ ਇਨ ਸਕੂਲਸ ਦੀ। ਸੋ ਇਹ ਜਿਹੜੇ ਐਕਸਟਰਾ ਬੈਨੀਫਿਟਸ ਜਿਹੜੇ ਉਹ ਚਾਹੁੰਦੇ ਆ ਕਿ ਵੀ ਬੱਚਿਆਂ ਨੂੰ ਮਿਲਣ, ਇੰਸ਼ੋਰੈਂਸ ਮਿਲੇ, ਸੋਸ਼ਲ ਸਿਕਿਉਰਿਟੀ ਮਿਲੇ, ਉਹਦੇ ਕਰਕੇ ਜਿਹੜਾ ਹੈ ਜਿਹੜੇ ਕਪਲਸ ਨੇ ਉਹ ਫਾਈਟ ਕਰ ਰਹੇ ਨੇ ਕਿ ਸਾਨੂੰ ਇਹਦੇ ਤੇ ਜ਼ਰੂਰ ਕੁਝ ਪ੍ਰੋਵੀਜ਼ਨਸ ਦਿੱਤੇ ਜਾਣ, ਕੁਝ ਬਣਾਏ ਜਾਣ। ਉਹਦੇ ਤੇ ਜ਼ਰੂਰ ਸੁਪਰੀਮ ਕੋਰਟ ਨੇ ਹਾਮੀ ਭਰੀ ਤੇ ਕਿਹਾ ਕਿ ਨੈਕਸਟ ਡੇਟ ਆਫ ਹੀਅਰਿੰਗ ਦੇ ਵਿੱਚ ਅਸੀਂ ਇਹਦੇ ਤੇ ਡਿਟੇਲ 'ਚ ਚਰਚਾ ਕਰਾਂਗੇ ਕਿ ਕਿਵੇਂ ਅਸੀਂ ਇਹਨਾਂ ਨੂੰ ਜਿਹੜਾ ਹੈ ਮੈਡੀਕਲ ਇੰਸ਼ੋਰੈਂਸ ਤੇ ਸੋਸ਼ਲ ਸਿਕਿਉਰਿਟੀ ਸਕੀਮਸ ਦੇ ਵਿੱਚ ਐਡਮਿਸ਼ਨ ਇਨ ਦੀ ਸਕੂਲਸ ਦੇ ਵਿੱਚ ਐਂਟਰ ਕੀਤਾ ਜਾਵੇ ਤਾਂ ਕਿ ਬੱਚਿਆਂ ਨੂੰ ਐਟ ਪਾਰ ਰੱਖਿਆ ਜਾਵੇ। ਜਿਹੜੇ ਵੀ ਮਤਲਬ ਜਿਹੜੇ ਬੱਚੇ ਬੌਰਨ ਆਊਟ ਹੋਣਗੇ ਇਹਨਾਂ ਦੇ, ਉਹਨਾਂ ਦੀ ਲੈਜੀਟੀਮੇਸੀ ਦਾ ਕੁਐਸਚਨ ਜਿਹੜਾ ਉੱਠੇਗਾ, ਉਹਦੇ ਤੇ ਅਸੀਂ ਜਿਹੜਾ ਹੈ ਚਰਚਾ ਜ਼ਰੂਰ ਕਰ ਸਕਦੇ। ਦੂਸਰੀ ਗੱਲ ਜਿਹੜਾ ਸੁਪਰੀਮ ਕੋਰਟ ਨੇ ਕਲੀਅਰ ਕੱਟ ਕਹੀ ਉਹ ਇਹ ਕਿ ਇਹ ਜਿਹੜੀ ਸਾਰੀ ਡੋਮੇਨ, ਇਹ ਜਿਹੜਾ ਸਟਰਕਚਰ ਹੈ ਇੱਕ ਮੈਰਿਜ, ਇਹਨੂੰ ਅਸੀਂ ਟੱਚ ਤਦੀ ਕਰ ਸਕਦੇ ਹਾਂ ਜਦੋਂ ਸਾਨੂੰ ਪਾਰਲੀਮੈਂਟ ਜਾਂ ਕੋਈ ਸਟੈਟਿਊਟ ਅਲਾਉ ਕਰਦਾ। ਇਹਨੂੰ ਅਪੋਜ਼ ਕਰਦੇ ਹੋਏ ਜਿਹੜੇ ਓਪੋਜ਼ਿਟ ਕਾਉਂਸਲ ਦੇ, ਉਹਨਾਂ ਨੇ ਕਿਹਾ ਕਿ ਰਾਈਟ ਟੂ ਮੈਰੀ ਇਜ਼ ਅ ਫੰਡਾਮੈਂਟਲ ਰਾਈਟ ਜੀ, ਕਿ ਸੇਮ ਸੈਕਸ ਮੈਰਿਜ ਕਪਲਸ ਨੂੰ ਵੀ ਮੈਰੀ ਕਰਨ ਦਾ ਰਾਈਟ ਹੈ। It is a fundamental right that cannot be denied by Supreme Court. ਜਿਹਦੇ ਤੇ ਸੁਪਰੀਮ ਕੋਰਟ ਨੇ ਆਨਸਰ ਦਿੱਤਾ ਕਿ right to marry is not an absolute right. ਜੀ, right to choose a partner, right to love, right to cohabit, they are your fundamental rights. जी, but giving 100% legitimacy to a marriage which is not sanctioned by any legislature or any parliament or any statute, that cannot be done by Supreme Court. That can never become your fundamental right. Cohabitation has to go along with your fundamental right of marrying the person ਜਿਹਦਾ statute ਦੇ ਵਿੱਚ he or she ਦੇ ਵਿੱਚ fall ਕਰਦਾ, person ਦੀ definition ਦੇ ਵਿੱਚ fall ਕਰਦਾ। ਅਨਲੈਸ ਉਹ ਉਸ ਡੈਫੀਨੇਸ਼ਨ 'ਚ ਫਾਲ ਨਹੀਂ ਕਰਦਾ ਤੇ ਕੁਝ ਨਵਾਂ ਕ੍ਰੀਏਟ ਕਰਨ ਦੀ ਸਾਨੂੰ ਲੋੜ ਹੈ ਬਾਇਸੈਕਸ਼ੂਅਲ ਕਪਲਸ ਲਈ, ਟਰਾਂਸਜੈਂਡਰਸ ਲਈ, ਸੇਮ ਸੈਕਸ ਲੈਸਬੀਅਨਸ ਲਈ। ਜਿਸ ਤਰ੍ਹਾਂ ਅਗਰ ਐਸਾ ਕੋਈ ਵੀ ਸਾਨੂੰ ਨਵਾਂ ਪ੍ਰੋਵੀਜ਼ਨ ਕ੍ਰੀਏਟ ਕਰਨ ਦੀ ਲੋੜ ਹੈ, that has to be done by legislature. ਇਸ ਤਰ੍ਹਾਂ ਰਾਈਟ ਟੂ ਲਵ ਜਾਂ ਰਾਈਟ ਟੂ ਸੈਕਸ਼ੂਅਲ ਓਰੀਐਂਟੇਸ਼ਨ ਨੂੰ ਤੁਸੀਂ ਫੰਡਾਮੈਂਟਲ ਰਾਈਟ ਨਹੀਂ ਬਣਾ ਸਕਦੇ। ਇੱਕ ਸੈਕਸ਼ੂਅਲ ਓਰੀਐਂਟੇਸ਼ਨ ਜਿਹੜਾ ਡਿਫਰੈਂਟ ਕੈਟੇਗਰੀ ਆਫ ਪਰਸਨਸ ਹੈ, ਇਹਨੂੰ ਸਟੈਟਿਊਟ ਦੇ ਦੁਆਰਾ ਹੀ ਕ੍ਰੀਏਟ ਕੀਤਾ ਜਾ ਸਕਦਾ ਹੈ, ਫਿਰ ਹੀ ਇਹਨੂੰ ਫੰਡਾਮੈਂਟਲ ਰਾਈਟ ਬਣਾ ਕੇ ਅਸੀਂ ਸੈਂਕਸ਼ਨ ਕਰ ਸਕਦੇ ਹਾਂ ਥਰੂ ਸੁਪਰੀਮ। ਬਿਲਕੁਲ ਮੈਮ, ਦਲੀਲਾਂ ਅਸੀਂ ਸੁਣੀਆਂ ਜਿਹੜੀ ਕਿ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਹੈ, ਬਹੁਤ ਕੁਝ ਉਹਨਾਂ ਨੇ ਸੁਪਰੀਮ ਕੋਰਟ ਦੇ ਅੱਗੇ ਆਪਣੇ ਤਰਕ ਰੱਖੇ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਅੱਜ ਇਹਨਾਂ ਨੂੰ ਲੀਗਲ ਕੀਤਾ ਗਿਆ, ਇਸ ਮੈਰਿਜਸ ਨੂੰ ਲੀਗਲ ਕੀਤਾ ਗਿਆ ਨਾ, ਜਿਹੜੇ ਵੀ LGBTQ ਕਪਲਸ ਦੀ ਗੱਲ ਕਰੀਏ, ਤੇ ਕਿਤੇ ਨਾ ਕਿਤੇ ਕੱਲ ਨੂੰ ਜਿਹੜੇ ਭੈਣ ਤੇ ਭਰਾ ਦਾ ਇੱਕ ਰਿਸ਼ਤਾ ਹੈ ਉਹ ਵੀ ਆਪਣੇ ਸੰਬੰਧਾਂ ਨੂੰ ਲੀਗਲ ਕਰਨ ਦੀ ਗੱਲ ਕਰਾਂਗੇ। ਫਿਰ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜੀ ਮਹਿਲਾਵਾਂ ਦੇ ਲਈ ਕਾਨੂੰਨ ਬਣੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਲਾਗੂ ਕੀਤਾ ਜਾਏਗਾ, ਜਿਵੇਂ ਕਿ ਰੇਪ ਹੋ ਗਿਆ ਜਾਂ ਘਰੇਲੂ ਹਿੰਸਾ ਹੋ ਗਈ ਜਾਂ ਜਿਹੜਾ ਸ਼ਾਮ ਨੂੰ ਕਿਸੇ ਮਹਿਲਾ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ, ਇਹ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਇਹ ਸਾਰੀ ਜਿਹੜੀ ਹੈ ਲਾਜ਼ ਇੰਪਲੀਮੈਂਟ ਹੋਣਗੇ ਜੇਕਰ ਅਜਿਹੀ ਮੈਰਿਜਸ ਹੋ ਜਾਂਦੀ ਹੈ? ਮੈਮ ਬਹੁਤ ਵਧੀਆ ਮੁੱਦਾ ਚੱਕਿਆ ਤੁਸੀਂ। ਦੇਖੋ ਸੋਸਾਇਟੀ ਦੇ ਵਿੱਚ ਨਾ ਮੈਮ ਹੋਰ ਕੁਝ ਹੋਵੇ ਨਾ ਹੋਵੇ, ਕਲਚਰ ਜਿਹੜਾ ਹੈ ਸਾਡਾ ਇੰਡੀਆ ਦਾ, ਵਿਚ ਇਜ਼ ਦੀ USP ਆਫ ਇੰਡੀਆ, that cannot be altered,
दैट इज द बेस, जिसको ਆਪਾਂ ਕਹਿੰਦੇ ਬੇਸਿਕ ਸਟਰਕਚਰ ਹੈ, ਫਾਊਂਡੇਸ਼ਨ ਹੈ ਸਾਡੀ ਸੋਸਾਇਟੀ ਦਾ ਨਾਮ ਇੰਡੀਅਨ ਕਲਚਰ। ਤੇ ਜੇ ਕਲਚਰ ਦੇ ਵਿੱਚ ਇਸ ਤਰ੍ਹਾਂ ਬ੍ਰਦਰ ਸਿਸਟਰ ਦੇ ਰਿਲੇਸ਼ਨ ਨੂੰ ਜਾਂ ਸਪਿੰਡਰ ਰਿਲੇਸ਼ਨਸ਼ਿਪਸ, ਅਗਰ ਮੈਂ ਥੋੜਾ ਹੋਰ ਲਾਇਰ ਦੀ ਤਰ੍ਹਾਂ ਗੱਲ ਕਰਾਂ, ਜਿਹੜੇ ਪ੍ਰੋਹਿਬਿਟਡ ਰਿਲੇਸ਼ਨਸ ਹੈ ਨਾ, ਯੂ ਨੋ ਅੰਕਲ ਨੀਸ ਹੋ ਗਿਆ, ਆਂਟ ਨੈਫਿਊ ਹੋ ਗਿਆ, ਇਸ ਤਰ੍ਹਾਂ ਦੇ ਜਿਹੜੇ ਪ੍ਰੋਹਿਬਿਟਡ ਰਿਲੇਸ਼ਨਸ਼ਿਪਸ ਪਿੰਡਰ ਜਿਹੜੇ ਹੁੰਦੇ ਆ, ਜਾਂ ਬ੍ਰਦਰ ਸਿਸਟਰ ਜਿਹੜੇ ਆਪਾਂ ਕਾਊਂਟ ਕਰਦੇ ਆ, ਜਾਂ ਯੂ ਨੋ ਬ੍ਰਦਰ ਇਨ ਲਾਜ਼ ਹੋ ਗਏ, ਇਸ ਤਰ੍ਹਾਂ ਜਿਹੜੇ ਰਿਲੇਸ਼ਨਸ਼ਿਪ ਉਹਨਾਂ ਨੂੰ ਜਿਹੜਾ ਹੈ ਅਸੀਂ ਗਲਤ ਲਾਈਟ ਦੇ ਵਿੱਚ ਲੈ ਕੇ ਆਵਾਂਗੇ ਅਗਰ ਅਸੀਂ ਇਹਨੂੰ ਸੈਂਸਿਟੀ ਦੇ ਦਿੰਦੇ ਆ ਤਾਂ। ਜੀ ਸੋ ਇਹ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ ਕਿ ਇਹ ਕਲਚਰ ਇੰਡੀਅਨ ਸੋਸਾਇਟੀ ਜਾਂ ਕਲਚਰ ਨੂੰ ਦੇਖਦੇ ਹੋਏ ਅਸੀਂ ਇਹਨੂੰ ਲੈਜੀਟਿਮਾਈਜ਼ ਨਹੀਂ ਕਰ ਸਕਦੇ। ਸੁਪਰੀਮ ਕੋਰਟ ਨੇ ਇੱਕ ਹੋਰ ਗੱਲ ਕਹੀ ਹੈ ਕਿ just on the basis of these marriages we cannot create adversarial atmosphere between court and parliament। ਜਦੋਂ ਮੈਂ adversarial word use ਕਰ ਰਹੀ ਹਾਂ ਉਹਦਾ ਮਤਲਬ ਇਹ ਹੈ ਕਿ ਜਿਹੜਾ opposite parties ਜਿਹਨੂੰ ਆਪਾਂ ਕਹਿੰਦੇ adversarial system of law ਹੁੰਦਾ ਜਿਹਦੇ ਚ ਤੁਸੀਂ ਦੋਨੋਂ ਜਣੇ opposite side ਤੇ ਖੜੇ, ਆਮਣੇ ਸਾਹਮਣੇ ਖੜੇ। ਸੋ ਕਹਿੰਦੇ ਕੋਰਟ ਤੇ ਪਾਰਲੀਮੈਂਟ ਨੂੰ ਇਹੋ ਜਿਹੀ ਸਿਚੁਏਸ਼ਨ ਚ ਨਾ ਲੈ ਕੇ ਆਓ ਜਿਹਦੇ ਚ ਅਸੀਂ ਕੁਝ ਇਹੋ ਜਿਹਾ ਪਾਸ ਕਰ ਦਈਏ ਕਿ ਪਾਰਲੀਮੈਂਟ ਸਾਡੇ ਅਗੇਂਸਟ ਹੋ ਜਾਏ ਜਾਂ ਅਸੀਂ ਪਾਰਲੀਮੈਂਟ ਦੇ ਬਿਲਕੁਲ ਅਗੇਂਸਟ ਕੋਈ ਸਟ੍ਰਕਚਰ ਪਾਸ ਕਰ। ਸੋ ਇਸ ਤਰ੍ਹਾਂ ਦੀ ਆਬਜ਼ਰਵੇਸ਼ਨ ਦਿੰਦੇ ਹੋਏ ਕੋਰਟ ਨੇ ਇਹ ਕਿਹਾ ਹੈ ਕਿ ਇਸ ਤਰ੍ਹਾਂ ਰੈਕੋਗਨੀਸ਼ਨ ਜਿਹੜਾ ਹੈ ਵਿਸ਼ਾਖਾ ਗਾਈਡਲਾਈਨਸ ਦੇ ਔਨ ਦੀ ਲਾਈਨਸ ਆਫ ਵਿਸ਼ਾਖਾ ਕੇਸ, ਇੱਕ ਕੇਸ ਹੈ 1997 ਦਾ ਬਹੁਤ ਮਸ਼ਹੂਰ ਸੈਕਸ਼ੂਅਲ ਹਰਾਸਮੈਂਟ ਕੇਸ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਗਾਈਡਲਾਈਨਸ ਦੇ ਕੇ ਨਵਾਂ ਲਾਅ ਬਣਾਇਆ ਸੀ ਜੀ 1997 ਦੇ ਵਿੱਚ। ਵਿਸ਼ਾਖਾ ਜਜਮੈਂਟ ਦੇ ਥਰੂ ਜੋ ਗਾਈਡਲਾਈਨਸ ਆਈਆਂ ਉਹਦੇ ਬੇਸ ਤੇ ਪੋਸ਼ ਐਕਟ ਜਿਹੜਾ ਹੈ ਪ੍ਰੀਵੈਂਸ਼ਨ ਆਫ ਸੈਕਸ਼ੂਅਲ ਹਰਾਸਮੈਂਟ ਐਕਟ 2013 ਦੇ ਵਿੱਚ ਡਰਾਫਟ ਕੀਤਾ ਗਿਆ ਬਾਈ ਪਾਰਲੀਮੈਂਟ। ਔਨ ਦੋਜ਼ ਲਾਈਨਸ ਐਕਚੁਅਲੀ ਦੀ ਪਟੀਸ਼ਨਰਸ ਯਾਨੀ ਕਿ ਜਿਹੜੇ ਪੇਰੈਂਟਸ ਆਫ ਲੈਸਬੀਅਨ ਜਾਂ ਐਲਜੀਬੀਟੀ ਕਮਿਊਨਿਟੀ ਹੈ, ਜਿਹੜੇ ਸੇਮ ਸੈਕਸ ਮੈਰਿजेस ਨੂੰ ਸੈਂਕਟਿਟੀ ਦਵਾਉਣਾ ਚਾਹੁੰਦੇ ਆ, ਉਹ ਕਹਿਣਾ ਚਾਹ ਰਹੇ ਕਿ ਉਸ ਬੇਸਿਸ ਤੇ ਹੀ ਸਾਨੂੰ ਜਿਹੜਾ ਤੁਸੀਂ ਡਾਇਰੈਕਸ਼ਨਸ ਦਿਓ, ਗਾਈਡਲਾਈਨਸ ਦਿਓ ਤਾਂ ਕਿ ਇਹਦੇ ਤੇ ਨਵਾਂ ਲਾਅ ਡਰਾਫਟ ਹੋ। ਤਾਂ ਕਰਕੇ ਸੁਪਰੀਮ ਕੋਰਟ ਨੇ ਆਬਜ਼ਰਵੇਸ਼ਨ ਦਿੱਤੀ ਕਿ ਡੋਂਟ ਫੋਰਸ ਅਸ ਟੂ step into something where court and parliament become adversarial। ਆਮਨੇ ਸਾਹਮਣੇ ਨਾ ਆ ਜਾਣ, ਨਾ ਹੀ ਸਾਡਾ ਕੋਈ ਕਨਫਲਿਕਟ ਹੋ ਜਾਏ। ਸੋ ਇਸ ਤਰ੍ਹਾਂ ਕੋਰਟ ਨੇ ਇਹਨੂੰ ਜਸਟੀਫਾਈ ਕੀਤਾ ਹੈ। ਤੇ ਮੈਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਸੈਕਸ਼ੂਅਲ ਪ੍ਰੈਫਰੈਂਸਸ ਹੈ ਉਹ ਡਿਫਰੈਂਟ ਹੋ ਸਕਦੀ ਹੈ, ਲੇਕਿਨ ਇਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਉਹਨਾਂ ਦੀ ਫੰਡਾਮੈਂਟਲ ਰਾਈਟ ਹੈ ਟੂ ਚੂਜ਼ ਅ ਪਾਰਟਨਰ ਜਾਂ ਟੂ ਲਿਵ ਵਿਦ ਦੈਟ ਪਾਰਟਨਰ। ਮੈਰਿਜ ਦੇ ਵਿੱਚ ਲਿਵ ਇਨ ਚ ਰਹਿਣਾ ਇਜ਼ ਅ ਡਿਫਰੈਂਟ ਥਿੰਗ, ਬਿਕਾਜ਼ ਇਸ ਤੋਂ ਬਾਅਦ ਇੱਕ ਜਦ ਤੁਸੀਂ ਇੱਕ ਕਪਲ ਮੈਰਿਜ ਕਰਦਾ ਹੈ, ਮੰਨ ਲਓ ਕਿ LGBTQ ਕਮਿਊਨਿਟੀ ਦਾ ਕੋਈ ਵੀ ਕਪਲ ਮੈਰਿਜ ਕਰਦਾ, ਉਸ ਤੋਂ ਬਾਅਦ ਅੱਗੇ ਦੀ ਜਿਹੜੀ ਪ੍ਰਕਿਰਿਆ ਰਹਿੰਦੀ ਹੈ, ਭਾਰਤ ਦੇ ਵਿੱਚ ਰਹਿੰਦੇ ਤੇ ਬੱਚੇ ਵੀ ਜਿਹੜਾ ਹੈ ਅਡੋਪਟ ਕਰਦੇ ਹੈ ਜਾਂ IVF ਦੇ ਥਰੂ ਜਿਹੜਾ ਵੀ ਉਹਨਾਂ ਦਾ ਪ੍ਰੋਸੈਸ ਰਹਿੰਦਾ ਹੈ ਜਿਸ ਦੇ ਨਾਲ ਉਹ ਕੰਫਰਟੇਬਲ ਹੈ, ਉਸ ਵਿੱਚ ਵੀ ਕਾਫੀ ਜ਼ਿਆਦਾ ਦਿੱਕਤਾਂ ਆਉਣਗੀਆਂ ਕਿਉਂਕਿ ਮਾਂ ਬਾਪ ਦਾ ਜਿਹੜਾ ਇੱਕ ਕਨਸੈਪਟ ਹੈ ਉਹ ਵੀ ਡਿਫਰੈਂਸ਼ੀਏਟ ਕਰਨਾ ਮੁਸ਼ਕਿਲ ਹੋ ਜਾਏਗਾ। ਜੀ ਬਿਲਕੁਲ, ਦੇਖੋ ਬੈਨੀਫਿਟਸ ਦੀ ਜਿੱਥੇ ਗੱਲ ਕੀਤੀ ਜਾਵੇ ਅਸੀਂ ਖੁਦ ਕਹਿੰਦੇ ਆ ਕਿ ਸੇਮ ਓਬਲੀਗੇਸ਼ਨ ਜਿਹੜੀ ਹੈ ਕਿ ਲਿਵ ਇਨ ਰਿਲੇਸ਼ਨਸ਼ਿਪਸ ਚ ਵੀ ਆਉਂਦੀਆਂ ਪਰ ਇਹਦੇ ਵਿੱਚ ਵੀ ਆਉਂਦੀ, ਲੇਕਿਨ ਉਹਦੇ ਵਿੱਚ ਜਿਹੜਾ ਹੈ ਸਿਰਫ ਇੱਕ ਅਸੀਂ ਸਟੈਂਪ ਦੇਣੀ ਹੈ ਆਫ ਮੈਰਿਜ, ਲੇਕਿਨ ਇਹਦੇ ਵਿੱਚ ਜੈਂਡਰ ਦੇ ਹੀ ਇਸ਼ੂਜ਼ ਆ ਰਹੇ ਆ। ਤੁਸੀਂ ਦੇਖੋ ਮੇਰੇ ਅਕੋਰਡਿੰਗ ਸੁਪਰੀਮ ਕੋਰਟ ਦੇ ਮੋਹਰੇ ਜੈਂਡਰ ਸਪੈਸਿਫਿਕ ਇਸ਼ੂਜ਼ ਨੇ ਟੂ ਡਿਸਾਈਡ ਵੈਦਰ ਸੇਮ ਜੈਂਡਰ ਕੈਨ ਮੈਰੀ, ਰਾਈਟ। ਸੋ ਮੇਰੇ ਮੁਤਾਬਿਕ ਲਿਵ ਇਨ ਤੇ ਇਹਨੂੰ ਇਕੁਅਲ ਬੇਸਿਸ ਤੇ ਰੱਖਣਾ ਬਿਲਕੁਲ ਗਲਤ ਹੋਏਗਾ। ਆਲ ਦ ਬੈਨੀਫਿਟਸ ਮਾਈਟ ਬੀ ਦ ਸੇਮ, ਚਿਲड्रन ਦੇ ਰਾਈਟ ਹੈ ਨਾ, ਲੈਜੀਟੀਮੇਸੀ ਆਫ ਚਿਲड्रन ਜਾਂ ਯੂ ਨੋ ਵਈ ਆਸਟ੍ਰੇਲਾਈਜ਼ੇਸ਼ਨ ਆਫ these couples ਕਿ ਬਈ ਇਹਨਾਂ ਨੂੰ ਆਊਟਕਾਸਟ ਕਰ ਦਿੱਤਾ ਜਾਂਦਾ ਸੋਸਾਇਟੀ ਤੋਂ, ਉਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਸ ਹੈ ਡੈਫੀਨਿਟਲੀ ਉਹ ਸੇਮ ਆਉਣਗੀਆਂ, ਲੇਕਿਨ ਅਦਰਵਾਈਜ਼ ਲਿਵ ਇਨ ਦੇ ਨਾਲ ਇਨ ਕੰਪੇਅਰ ਨਹੀਂ ਕੀਤਾ ਜਾ ਸਕਦਾ। ਉਹਦੇ ਵਿੱਚ ਜੈਂਡਰ ਜਿਹੜਾ ਸਪੈਸਿਫਿਕ ਹੈ ਕਿ ਮੈਨ ਤੇ ਵੂਮਨ ਜਿਹੜਾ ਹੈ they can form a union, ਉਹ ਇੱਕ ਨਾਰਮਲ ਸੋਸਾਇਟੀ ਦੀ ਤਰ੍ਹਾਂ ਚੱਲਦੀ ਹੈ, ਲੇਕਿਨ ਜਿਹੜਾ ਇਹ ਸੇਮ ਸੈਕਸ ਮੈਰਿजेस ਹੈ ਇਹਦੇ ਵਿੱਚ ਜੈਂਡਰ ਦਾ ਇਸ਼ੂ ਆ ਜਾਂਦਾ ਹੈ which is a very main you know contentious issue to be discussed। ਬਿਲਕੁਲ ਜੈਂਡਰ ਦੀ ਗੱਲ ਕਰਦੇ ਹਾਂ ਤੇ ਉਹੀ ਜਿਹੜਾ ਇਸ ਵਿੱਚ ਇੱਕ ਬਹਿਸ ਵੀ ਹੋਈ ਸੀਗੀ ਜਿਹੜੀ ਕਿ ਕਾਫੀ ਵੀਡੀਓ ਇੱਕ ਵਾਇਰਲ ਵੀ ਹੋਈ ਸੀ ਕਿ ਤੁਸੀਂ ਜੈਨੀਟਲਸ ਦੇ ਬਿਹਾਫ ਤੇ ਜੈਂਡਰ ਡਿਸਕ੍ਰਾਈਬ ਕਰੋਗੇ ਜਾਂ ਫਿਰ ਜਦ ਇੱਕ ਔਰਤ ਆਪਣੇ ਆਪ ਨੂੰ ਇੱਕ ਮਰਦ ਸਮਝਦੀ ਹੈ ਜਾਂ ਇੱਕ ਮਰਦ ਆਪਣੇ ਆਪ ਨੂੰ ਔਰਤ ਸਮਝਦਾ ਉਸ ਤਰੀਕੇ ਨਾਲ ਤੁਸੀਂ ਡਿਫਰੈਂਸ਼ੀਏਟ ਕਰੋਗੇ। ਇਹ ਵੀ ਕਾਫੀ ਬਹਿਸ ਜਿਹੜੀ ਹੈ ਕਾਫੀ ਵਾਇਰਲ ਹੋਈ ਸੀਗੀ, ਅਸੀਂ ਦੇਖੀ ਸੀ। ਦੇਖੋ ਹੁਣ ਗੱਲ ਕੀਤੀ, ਦੇਖੋ ਸਰ ਮੈਮ ਆਪਣੇ ਰਾਈਟਸ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਕਈ ਵਾਰ ਅਸੀਂ ਕਹਿੰਦੇ ਹਾਂ ਕਿ we are equal to men। ਬਹੁਤ ਵਾਰ women lawyers ਵੀ ਆਪਣੇ ਆਪ ਨੂੰ ਕਹਿੰਦੇ ਕਿ we are acting as men in the society।
ਸਾਡੇ ਜਿਹੜਾ ਵਕਾਲਤ ਦਾ ਪੇਸ਼ਾ ਐਸਾ ਹੈ ਕਿ ਇੱਥੇ ਜਿਹੜਾ ਹੈ ਉਹੀ ਕੁੜੀਆਂ ਸਕਸੈਸਫੁਲ ਹੁੰਦੀਆਂ ਜਿਹੜੀਆਂ ਕਿ ਮੁੰਡਿਆਂ ਦੀ ਤਰ੍ਹਾਂ ਜਿਹੜਾ ਹੈ ਲੜ ਸਕਦੀਆਂ ਹੈ ਜਾਂ ਆਪਣੀ ਦਲੀਲ ਪੇਸ਼ ਕਰ ਸਕਦੀਆਂ ਜਾਂ ਐਕਟਿਵ ਹੋਣ, ਪੁਲਿਸ ਥਾਣੇ ਜਾ ਸਕਦੀਆਂ। ਸੋ ਇਸ ਤਰ੍ਹਾਂ ਦਾ ਰੋਲ ਸਪੈਸੀਫਿਕ ਜਿਹਨੂੰ ਆਪਾਂ ਕਹਿੰਦੇ ਹਾਂ, ਰੋਲ ਰਿਵਰਸਲ ਜਿਹਨੂੰ ਆਪਾਂ ਕਹਿੰਦੇ ਹਾਂ, ਕੀ ਐਂਡ ਕਾ ਜਿਹਦਾ ਮੂਵੀ ਦੇ ਵਿੱਚ ਸੀਗਾ, ਉਸ ਤਰ੍ਹਾਂ ਅਗਰ ਦੇਖਿਆ ਜਾਏ ਤਾਂ ਡੈਫੀਨੇਟਲੀ ਇਹ ਮੰਨਿਆ ਜਾਏਗਾ। ਪਰ ਅਗਰ ਤੁਸੀਂ ਜੈਨਾਈਟਲਸ ਦੇ ਬੇਸ ਤੇ ਕਰ ਰਹੇ ਹੋ ਤਾਂ ਉਹ ਜਿਹੜਾ ਡਿਫਰੈਂਸ ਹੈ ਉਹ ਬਾਇਓਲੋਜੀਕਲ ਡਿਫਰੈਂਸ ਹੈ ਮੈਮ, ਉਹ ਨੇਚਰ ਨੇ ਦਿੱਤਾ ਹੈ, ਉਹ ਉੱਥੇ ਹੀ ਰਹੇਗਾ। ਰੋਲ ਰਿਵਰਸਲ, ਠੀਕ ਹੈ ਜੀ, ਜੈਂਡਰ ਸਪੈਸੀਫਿਕ ਤੁਸੀਂ ਰੋਲ ਕਿਸੇ ਹੋਰ ਨੂੰ ਦਿੱਤਾ, ਤੁਸੀਂ ਤੁਹਾਡੇ ਕੁੜੀਆਂ ਨੂੰ ਮੁੰਡਿਆਂ ਦੀ ਤਰ੍ਹਾਂ ਟ੍ਰੀਟ ਕੀਤਾ ਜਾਏ, ਕੁੜੀਆਂ ਮੁੰਡਿਆਂ ਦੀ ਤਰ੍ਹਾਂ ਬਿਹੇਵ ਕਰਨ, ਟੌਮ ਬॉयਜ਼ ਐਟੀਟਿਊਡ ਹੋਵੇ ਕਿਸੇ ਦਾ, ਰਾਈਟ? ਸੋ ਇਹ ਸਭ ਇਜ਼ ਅਸੈਪਟੇਬਲ ਇਨ ਸੋਸਾਇਟੀ। ਬਟ ਜਿਹੜਾ ਬਾਇਓਲੋਜੀਕਲ ਡਿਫਰੈਂਸ ਹੈ ਮੈਮ ਉਹ ਹਮੇਸ਼ਾ ਰਹੇਗਾ। ਜਿਵੇਂ ਫੋਰ ਐਗਜ਼ਾਮਪਲ ਸਾਨੂੰ ਕਹਿੰਦੇ ਕਿ ਪ੍ਰਧਾਨਗੀ ਦਾ ਜਿਹੜਾ ਇਲੈਕਸ਼ਨ ਹੈ ਨਾ ਜੀ, ਉਹ ਕੁੜੀਆਂ ਲਈ ਨਹੀਂ ਠੀਕ ਜੀ, ਉਹ ਉਹਨਾਂ ਲਈ ਨਾ ਦੇ ਆਰ ਨਾਟ ਬਿਫਿਟਡ ਫॉर ਦਿਸ ਪੋਸਟ। ਵਾਈ? ਨਾਟ ਬਿਕੋਜ਼ ਕਿ ਅਸੀਂ ਉਹ ਰੋਲ ਨਹੀਂ ਕਰ ਸਕਦੇ ਇੱਕ ਮੈਨ ਦਾ। ਡੈਫੀਨੇਟਲੀ ਇੱਥੇ ਸਾਰੀ ਆਦਮੀਆਂ ਵਰਗੀਆਂ ਲਾਇਰਸ ਹੈ ਜੀ ਉਹੀ ਸਕਸੈਸਫੁਲ ਰਹਿਣੀ ਹੈ। ਲੇਕਿਨ ਪੁਆਇੰਟ ਇਸ ਕਿ ਇੱਕ ਪ੍ਰਧਾਨ ਨੂੰ ਜਾਂ ਇੱਕ ਸੈਕਟਰੀ ਨੂੰ, ਇਹ ਦੋ ਪੋਸਟ ਏਦਾਂ ਦੀਆਂ ਜਿੱਥੇ ਕਦੀ ਵੀ ਰਾਤ ਨੂੰ ਪੁਲਿਸ ਥਾਣੇ ਜਾਣਾ ਪੈ ਸਕਦਾ ਹੈ, ਕਦੀ ਵੀ ਰਾਤ ਨੂੰ ਕਿਤੇ ਲੜਾਈ ਹੋ ਸਕਦੀ ਹੈ ਤਾਂ ਉੱਥੇ ਜਾਣਾ ਪੈ ਸਕਦਾ। ਤੇ ਏਦਾਂ ਦੇ ਉਹਦੇ ਚ ਕੁੜੀ ਦੀ ਸਿਕਿਉਰਿਟੀ ਦਾ ਜਿਹੜਾ ਇਸ਼ੂ ਹੈ ਉਹ ਸਭ ਤੋਂ ਵੱਡਾ ਸਵਾਲ ਬਣ ਜਾਂਦਾ। ਉਹ ਉੱਥੇ ਜਾ ਕੇ ਲੋਕਾਂ ਦੇ ਰਾਈਟ, ਆਪਣੇ ਲਾਇਰਸ ਦੇ ਰਾਈਟ ਨੂੰ ਪ੍ਰੋਟੈਕਟ ਕਰੇਗੀ ਜਾਂ ਖੁਦ ਦੀ ਸਿਕਿਉਰਿਟੀ ਦਾ ਕੁਐਸਚਨ ਅਰਾਈਜ਼ ਹੋ ਜਾਏਗਾ। ਸੋ ਇਸ ਤਰ੍ਹਾਂ ਦੀ ਚੀਜ਼ਾਂ ਦਾ ਜਿਹੜਾ ਬਾਇਓਲੋਜੀਕਲ ਡਿਫਰੈਂਸ ਹੈ ਨਾ ਮੈਮ, ਉਹਨੂੰ ਸਾਨੂੰ ਅੰਡਰਸਟੈਂਡ ਕਰਨਾ ਚਾਹੀਦਾ। ਸੋ ਕੋਰਟ ਵੀ ਸ਼ਾਇਦ ਇਸੇ ਕਸ਼ਮਕਸ਼ ਦੇ ਵਿੱਚ ਹੈ ਕਿ ਇਸ ਜੈਂਡਰ ਸਪੈਸੀਫਿਕ ਸਟੇਟਸ ਨੂੰ ਅਸੀਂ ਕਿੱਦਾਂ ਇੰਡੀਆ ਵਰਗੇ ਜਿਹੜਾ ਦੇਸ਼ ਹੈ, ਇੰਡੀਆ ਵਰਗੀ ਜਿਹੜੀ ਕਲੋਜ਼ ਨਿਟ ਸੋਸਾਇਟੀ ਹੈ ਮੈਮ, ਇੱਕ ਕਲਚਰ ਜਿਹੜਾ ਸਾਡਾ ਜਿਹੜਾ ਹੈ ਫਾਊਂਡੇਸ਼ਨ ਹੈ ਸਾਡੀ ਸੋਸਾਇਟੀ ਦਾ, ਉਹਦੇ ਵਿੱਚ ਕਿਵੇਂ ਲੈਜੀਟਮਾਈਜ਼ ਕਰ ਦੇਣ ਸੇਮ ਸੈਕਸ ਮੈਰਿਜ। ਇਹ ਇਸ਼ੂ ਹੈ ਜੀ ਬਹੁਤ। ਬਿਲਕੁਲ, ਹਾਲੇ ਫਿਲਹਾਲ ਬਹੁਤ ਹੀ ਘੱਟ ਸਮਾਂ ਹੋਇਆ ਹੈ ਜਦ LGBTQ ਕਪਲਸ ਨੂੰ ਲੋਕੀ ਐਕਸੈਪਟ ਕਰਨਾ ਸਿੱਖ ਰਹੇ ਨੇ ਹੌਲੀ ਹੌਲੀ। ਸ਼ਹਿਰਾਂ ਦੀ ਗੱਲ ਕਰੀਏ ਉੱਥੇ ਤਾਂ ਫਿਰ ਵੀ ਚਲੋ ਮੈਟਰੋ ਸਿਟੀਜ਼ ਦੇ ਵਿੱਚ ਵੀ ਤਾਂ ਬਹੁਤ ਕਾਮਨ ਹੈ, ਲੇਕਿਨ ਛੋਟੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਤੇ ਹਾਲੇ ਤੱਕ ਕਨਸੈਪਟ ਕਈ ਥਾਵਾਂ ਤੇ ਆਇਆ ਹੀ ਨਹੀਂ ਹੈ। ਉਹਨਾਂ ਨੂੰ ਇਹ ਚੀਜ਼ਾਂ ਸਮਝ ਹੀ ਨਹੀਂ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਉਹ ਉਹਨਾਂ ਨੇ ਸੁਣਿਆ ਵੀ ਨਹੀਂ ਹੋਣਾ। ਤੇ ਦੂਜੇ ਪਾਸੇ ਜਿਹੜੀ TV ਦੀ ਗੱਲ ਕਰੀਏ ਜਾਂ OTT ਦੇ ਮਾਧਿਅਮ ਦੇ ਨਾਲ ਅਸੀਂ ਕਈ ਫਿਲਮਾਂ ਦੇਖਦੇ ਨੇ, ਸੋਸ਼ਲ ਮੀਡੀਆ ਤੇ ਦੇਖਦੇ ਨੇ, ਉਸ ਦਾ ਕਿੰਨਾ ਕਿ ਮੈਮ ਤੁਹਾਨੂੰ ਲੱਗਦਾ ਪ੍ਰਭਾਵ ਪੈਂਦਾ? ਹਾਲਾਂਕਿ ਉਹਨਾਂ ਦਾ ਮਕਸਦ ਇਹ ਰਹਿੰਦਾ ਹੈ ਲੋਕਾਂ ਨੂੰ ਐਜੂਕੇਟ ਕਰਨਾ ਕਿ ਜਿਹੜੇ ਇਸ ਕਮਿਊਨਿਟੀ ਦੇ ਲੋਕ ਹੈ ਉਹ ਕੋਈ ਬਾਹਰੀ ਦੁਨੀਆ ਤੋਂ ਨਹੀਂ ਆਏ, ਤੁਹਾਡੇ ਵਿੱਚ ਦੇ ਹੈ ਤੇ ਐਕਸੈਪਟ ਕਰਨਾ ਚਾਹੀਦਾ ਹੈ। ਮਤਲਬ ਇੱਕ ਅੱਛੇ ਮੈਸੇਜ ਦਿੰਦੇ ਹੈ ਉਹ, ਲੇਕਿਨ ਇਸ ਦਾ ਇੱਕ ਨੈਗੇਟਿਵ ਪਾਰਟ ਵੀ ਜਿਹੜਾ ਸੋਸਾਇਟੀ ਦੇ ਵਿੱਚ ਜਾਂਦਾ ਹੈ। ਜੀ ਬਿਲਕੁਲ, ਦੇਖੋ ਇਹ ਉਹ ਗੱਲ ਆ ਗਈ ਕਿ ਸਭ ਤੋਂ ਇੰਪੋਰਟੈਂਟ ਜਿਹੜਾ ਹੈ ਅਸੈਪਟੈਂਸ ਇਨ ਸੋਸਾਇਟੀ। ਡੈਫੀਨੇਟਲੀ ਕਿ ਜਿਹੜਾ ਅਰਬਨ ਏਰੀਆਜ਼ ਹੈ ਉਹਦੇ ਵਿੱਚ ਜਿਹੜਾ ਇਹਦੀ ਅਸੈਪਟੈਂਸ ਥੋੜੀ ਜ਼ਿਆਦਾ ਹੈ ਐਜ਼ ਕੰਪੇਅਰ ਟੂ ਰੂਰਲ ਏਰੀਆ। ਲੇਕਿਨ ਜਿਹੜਾ ਸੁਪਰੀਮ ਕੋਰਟ ਹੈ ਉਹਦੇ ਲਈ ਰੂਰਲ ਅਰਬਨ ਸਭ ਇੱਕ ਬਰਾਬਰ ਹੈ, ਉਹ ਸਿਰਫ ਅਸੈਪਟੈਂਸ ਦੀ ਵੇਟ ਕਰ ਸਕਦੀ ਹੈ। ਐਂਡ ਮੈਨੂੰ ਏਦਾਂ ਲੱਗਦਾ ਹੈ ਮੈਮ ਕਿ ਕੋਈ ਵੀ ਚੇਂਜ ਆਉਣ ਲਈ, ਕੋਈ ਵੀ ਬਦਲਾਵ ਆਉਣ ਲਈ, ਜਿਹਨੂੰ ਆਪਾਂ ਕਹਿੰਦੇ ਬਦਲਾਵ ਇਜ਼ ਦੀ ਕੀ ਵਰਡ ਥੀਸ ਡੇਜ਼, ਉਹ ਜਿਹੜਾ ਉਹਨੂੰ ਘੱਟੋ ਘੱਟ ਮੇਰੇ ਅਕੋਰਡਿੰਗ ਮੈਮ, I may be wrong, 100 ਸਾਲ ਲੱਗਣਗੇ ਮੈਮ ਇਸ ਸੋਸਾਇਟੀ ਨੂੰ ਹਜੇ ਵੀ ਚੇਂਜ, ਇੰਡੀਅਨ ਸੋਸਾਇਟੀ ਨੂੰ ਹਜੇ ਵੀ ਚੇਂਜ। ਇਟ ਨੀਡਸ ਟਾਈਮ, ਇਟ ਟੇਕਸ ਟਾਈਮ ਐਂਡ ਡੈਫੀਨੇਟਲੀ ਇਟ ਵਿਲ ਟੇਕ ਟਾਈਮ। ਸੋ ਚੇਂਜ ਉਹ ਅਸੈਪਟੈਂਸ ਚਾਹੇ ਅਰਬਨ ਏਰੀਆਜ਼ 'ਚ ਆ ਗਈ ਹੈ, ਚਾਹੇ ਜਿਹੜਾ ਹੈ ਲੋਕਾਂ 'ਚ, ਸਾਡੇ ਵਰਗੇ ਪੜ੍ਹੇ ਲਿਖੇ ਲੋਕਾਂ 'ਚ, ਐਜੂਕੇਟਿਡ ਜਿਹੜੀ ਕਲਾਸ ਹੈ ਉਹਨਾਂ 'ਚ ਅਸੈਪਟੈਂਸ ਆ ਗਈ। ਪਰ ਉਹ ਥਿੰਕਿੰਗ ਜਿਹੜੀ ਹੈ, ਜਿਹੜਾ ਹੈ ਆਪਣਾ 80% ਇੰਡੀਆ ਜਿਹੜਾ ਰੂਰਲ ਏਰੀਆ ਮੰਨਿਆ ਜਾਂਦਾ ਹੈ, ਜਿਹਦੇ ਕਰਕੇ ਮੈਨੂੰ ਲੱਗਦਾ ਹਜੇ ਵੀ ਉਹ ਅਸੈਪਟੈਂਸ ਇੰਨੀ ਜਲਦੀ ਨਹੀਂ ਆਏਗੀ। ਤਾਂ ਡੈਫੀਨੇਟਲੀ ਸੁਪਰੀਮ ਕੋਰਟ ਨੂੰ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ। ਈਵਨ ਇਫ ਵੀ ਆਰ ਅ ਵੈਲਫੇਅਰ ਸਟੇਟ, ਈਵਨ ਇਫ ਜਿਹੜਾ ਹੈ ਕੋਰਟ ਨੂੰ ਫੋਰਸ ਕੀਤਾ ਜਾਂਦਾ ਹੈ ਕਿ ਅਗਰ ਦੇਰ ਇਜ਼ ਰਾਈਟ ਟੂ ਕੋਹੈਬਿਟ, ਦੇਰ ਇਜ਼ ਰਾਈਟ ਟੂ ਲਵ or to have to choose a partner of your own choice, then there is a corresponding duty of the state to make a law on it. But court cannot force the state to make a law. ਅਸੀਂ ਸਿਰਫ ਕੁਝ ਡਾਇਰੈਕਸ਼ਨਸ, ਕੁਝ ਆਬਜ਼ਰਵੇਸ਼ਨਸ ਪਾਸ ਕਰ ਸਕਦੇ ਹਾਂ ਕਿ yes, there is acceptance in 80% of the population of India. Yes, there are many laws of different countries who are supporting same-sex marriages. But definitely ਅਸੀਂ ਇਹਨੂੰ totally change ਨਹੀਂ ਕਰ ਪਾਵਾਂਗੇ। ਤੁਸੀਂ ਇਹਨੂੰ ਕਰਕੇ ਦੇਖੋ, ਅਗਰ ਸਾਡੇ ਮਾਨਯੋਗ ਸੁਪਰੀਮ ਕੋਰਟ, ਸਾਡੇ ਚੀਫ ਜਸਟਿਸ ਆਫ ਇੰਡੀਆ ਇਹਨੂੰ ਕਰਕੇ ਦੇਖਣ, ਤੁਸੀਂ ਦੇਖੋ ਸਾਡੇ ਸੜਕਾਂ ਤੇ ਲੋਕ ਉਤਰ ਆਉਣਗੇ ਇਹਦਾ ਜਿਹੜਾ ਹੈ ਵਿਰੋਧ ਕਰਨ।
ਸੋ ਅਗਰ ਬਿਲਕੁਲ। ਇਹਦੀ ਆਲੋਚਨਾ ਜਾਂ ਵਿਰੋਧ ਕਰਨ ਲਈ ਹੀ ਕੋਈ ਡਿਸੀਜਨ ਦੇਣਾ ਤਾਂ ਡੈਫੀਨਿਟਲੀ ਇਦਾਂ ਦਾ ਕੋਈ ਵੀ ਸਟ੍ਰਕਚਰ ਜਾਂ ਇਦਾਂ ਦਾ ਕੋਈ ਵੀ ਡਿਸੀਜਨ ਜਿਹੜਾ ਜੁਡੀਸ਼ਰੀ ਕਦੀ ਪਾਸ ਨਹੀਂ ਕਰੇ। ਤੇ ਮੈਮ ਮੇਰਾ ਇਹ ਸਵਾਲ ਵੀ ਸੀਗਾ, ਤੁਸੀਂ ਦੂਜੇ ਦੇਸ਼ਾਂ ਦੀ ਗੱਲ ਕੀਤੀ ਕਿ ਉੱਥੇ ਕਿਹੜੇ-ਕਿਹੜੇ ਅਜਿਹੇ ਦੇਸ਼ ਨੇ ਜਿੱਥੇ ਕਿ ਇਹਨਾਂ ਦੀ ਮੈਰਿਜ ਨੂੰ ਲੀਗਲ ਕਰਾਰ ਕੀਤਾ ਗਿਆ ਹੈ? ਮੈਮ ਟੋਟਲ 34 ਕੰਟਰੀਜ਼ ਹੈ ਜਿੱਥੇ ਇਹ ਲੀਗਲ ਹੋ ਚੁੱਕਾ ਹੈ, ਲੇਕਿਨ ਮੇਨ ਆਪਣੇ USA, UK, ਕੈਨੇਡਾ, ਨਾਰਵੇ, ਸਵੀਡਨ, ਇਹ ਸਭ ਜਗ੍ਹਾ ਤੇ ਮੈਮ ਇਹ ਜਿਹੜਾ ਹੈ ਵੈਲਿਡ ਹੋ ਚੁੱਕਾ। ਸਾਊਥ ਅਫਰੀਕਾ, ਸਪੇਨ, ਟੈਕਸਾਸ, ਆਸਟਰੀਆ, ਅਰਜਨਟੀਨਾ, ਸਭ ਜਗ੍ਹਾ ਤੇ ਜਿਹੜਾ ਇਹ ਵੈਲਿਡ ਹੈ। ਲੇਕਿਨ ਸਾਡੇ ਇੰਡੀਆ ਦੇ ਵਿੱਚ ਆਉਣ ਨੂੰ ਡੈਫੀਨਿਟਲੀ ਇਹਨੂੰ ਟਾਈਮ ਲੱਗੇਗਾ ਹਜੇ, ਤੇ ਅਦਰਵਾਈਜ਼ ਬਹੁਤ ਸਾਰੀ 34 ਕੰਟਰੀਜ਼ ਹੈ ਜਿੱਥੇ ਲੀਗਲਾਈਜ਼ ਹੋ ਚੁੱਕੀ ਹੈ ਜੀ ਸੇਮ ਸੈਕਸ ਮੈਰਿਜ। ਬਿਲਕੁਲ। ਤੇ ਜਿਸ ਤਰੀਕੇ ਦੇ ਨਾਲ ਮੈਮ ਹਰ ਕਿਸੇ ਦੇ ਸੁਝਾਅ ਲੈਣੇ ਚਾਹੀਦੇ ਹੈ ਇਸ ਪੂਰੇ ਮੈਟਰ ਨੂੰ ਲੈ ਕੇ, ਕਿਉਂਕਿ ਤੁਸੀਂ ਵੀ ਕਿਹਾ ਕਿ ਲੈਜਿਸਲੇਟਰ ਦਾ ਕੰਮ ਹੈ ਤੇ ਪਾਰਲੀਮੈਂਟ ਦੇ ਵਿੱਚ ਡਿਸਾਈਡ ਹੋਏਗਾ ਕਿ ਮੈਰਿਜ ਨੂੰ ਜਿਹੜੀ ਹੈ ਵੈਲਿਡਿਟੀ ਦਿੱਤੀ ਜਾਂਦੀ ਹੈ, ਵੈਲਿਡ ਮੰਨਿਆ ਜਾਂਦਾ ਹੈ ਜਾਂ ਨਹੀਂ ਮੰਨਿਆ ਜਾਂਦਾ, ਇਹ ਤਾਂ ਲੈਜਿਸਲੇਟਰ ਡਿਸਾਈਡ ਕਰੇਗਾ। ਫਿਲਹਾਲ ਜਿਹੜੀ ਸੁਣਵਾਈਆਂ ਚੱਲ ਰਹੀ ਹੈ ਉਹ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ, ਕਿਉਂਕਿ ਜਿਹੜੇ ਸੇਮ ਸੈਕਸ ਵਾਲੇ ਕਪਲਸ ਨੇ ਉਹ ਇੰਤਜ਼ਾਰ ਕਰ ਰਹੇ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਆਏਗਾ, ਕਦ ਤੱਕ ਆਏਗਾ ਜਾਂ ਕਿਸ ਤਰੀਕੇ ਦੇ ਨਾਲ ਜਿਹੜੀ ਪ੍ਰੋਸੀਡਿੰਗਸ ਰਹਿਣਗੀਆਂ। ਲੇਕਿਨ ਬਹੁਤ ਕੁਝ ਇਸ ਤੋਂ ਜਿਹੜੇ ਡਾਊਟਸ ਹੈ ਲੋਕਾਂ ਦੇ ਸੀਗੇ ਉਹ ਤੁਸੀਂ ਕਲੀਅਰ ਕੀਤੇ, ਤੇ ਇਸ ਤੋਂ ਇਲਾਵਾ ਲੋਕ ਕਈ ਜਿਹੜੇ ਛੋਟੇ ਗਰੁੱਪਸ ਬਣਾ ਕੇ ਡਿਸਕਸ ਤਾਂ ਜ਼ਰੂਰ ਕਰਦੇ ਲੇਕਿਨ ਓਪਨਲੀ ਡਿਸਕਸ਼ਨ ਨਹੀਂ ਹੋ ਪਾਉਂਦੀ ਇਸ ਮੁੱਦੇ ਤੇ। ਲੇਕਿਨ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਾਡੀ ਸੁਸਾਇਟੀ ਦੇ ਲਈ ਕਿ ਅਸੀਂ ਇਹ ਵੀ ਦੇਖੀਏ ਕਿ ਸਾਡੇ ਸਮਾਜ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ, ਕਿਉਂਕਿ ਸੁਸਾਇਟੀ ਸਾਡੀ ਲਗਾਤਾਰ ਵੱਧ ਰਹੀ ਹੈ ਤੇ ਅਸੀਂ ਕਹਿੰਦੇ ਕਿ ਪੜ੍ਹੇ ਲਿਖੇ ਵੀ ਹੈ, ਰਾਈਟ ਟੂ ਇਕੁਐਲਿਟੀ ਵੀ ਹੈ, ਤੇ ਜਿੰਨੇ ਵੀ ਲਾਅ ਹੈ ਬਹੁਤ ਇੰਡੀਆ ਦੇ ਸਟ੍ਰਿਕਟ ਹੈ ਇਹ ਵੀ ਕਿਹਾ ਜਾਂਦਾ ਹੈ। ਜਿਹੇ ਦੇ ਵਿੱਚ ਹੁਣ ਜਦ ਅਸੀਂ ਲਿਬਰਟੀ ਦੀ ਗੱਲ ਕਰਦੇ ਤੇ ਹੁਣ ਲਿਬਰਟੀ ਦੇ ਵਿੱਚ ਕੀ ਕੁਛ ਆਉਂਦਾ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ। ਲੇਕਿਨ ਬਹੁਤ ਬਹੁਤ ਧੰਨਵਾਦ ਮੈਮ ਆਪਣਾ ਸਮਾਂ ਦੇਣ ਦੇ ਲਈ। ਇਸ ਅਹਿਮ ਟੌਪਿਕ ਤੇ ਅਸੀਂ ਗੱਲਬਾਤ ਕੀਤੀ। ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਦਰਸ਼ਕਾਂ ਨੂੰ ਪਸੰਦ ਆਏਗਾ ਤੇ ਇਸੇ ਤਰੀਕੇ ਦੇ ਨਾਲ ਹੋਰ ਵੀ ਮੁੱਦਿਆਂ ਉੱਤੇ ਅਸੀਂ ਚਰਚਾ ਕਰਦੇ ਰਹਿਣਗੇ। ਤੁਸੀਂ ਬਣੇ ਰਹੋ ਪੰਜਾਬ ਟੁਡੇ ਦੇ ਨਾਲ। ਸਤਿ ਸ਼੍ਰੀ ਅਕਾਲ।